ਦੀਪ ਸਿੱਧੂ ਆਇਆ ਉਹਦੇ ਨਾਲ ਨਹੀਂ ਖੜੇ, ਅੱਜ ਚਲੇ ਗਿਆ ਤੇ ਸਾਰਾ ਪੰਥ ਇਕੱਠੇ ਹੋ ਕੇ ਆ ਗਿਆ। ਕਿ ਅਸੀਂ ਬੀਤੇ ਨੂੰ ਰੋਣਾ ਕਿ ਅੱਜ ਸਾਡੇ ਵਿਚਕਾਰ ਦੀਪ ਸਿੱਧੂ ਨਹੀਂ ਹੈਗੇ? ਅੱਜ ਹਜ਼ਾਰਾਂ ਨੌਜਵਾਨ ਆ ਜਿਹੜੇ ਕਰ ਸਕਦੇ ਬਹੁਤ ਕੁਝ, ਸਾਨੂੰ ਉਹਨਾਂ ਨੂੰ ਸਾਂਭਣ ਦੀ ਵੀ ਜ਼ਰੂਰਤ ਆ। ਉਹਦੀ ਸੋਚ ਕਲੀਅਰ ਆ, ਉਹਦੀਆਂ ਸਪੀਚਾਂ ਨੂੰ ਘੋਟ ਕੇ ਇੱਥੇ ਰੱਟ ਲਓ। ਜਦੋਂ ਉਹਦੀ ਸਪੀਚ ਤੇ ਉਹਦਾ ਆਈਡੀਓਲੋਜੀ ਜਿਹੜੀ ਉਹਦੀ ਆ, ਜਿਹੜਾ ਉਹਦਾ ਆਈਡੀਆ ਜਦੋਂ ਤੁਹਾਡੇ ਦਿਮਾਗ 'ਚ ਸੈੱਟ ਬਹਿ ਗਿਆ, ਆਟੋਮੈਟਿਕਲੀ ਤੁਹਾਡੇ ਵਿੱਚੋਂ ਦੀਪ ਸਿੱਧੂ ਦਿਸੂਗਾ ਸਟੇਟ ਨੂੰ। ਰਾਜ ਦੀ ਗੱਲ ਕੀਤੀ ਹੈ, ਰਾਜ ਦੀ ਗੱਲ ਕਰਦੇ ਆ ਤਾਂ ਰਾਜ ਇਹ ਨਹੀਂ ਵੀ ਕਿਉਂਕਿ ਬਾਹਰ ਕਿਸੇ ਨਾਲ ਵੀ ਮੈਂ ਗੱਲ ਕਰ ਰਿਹਾ ਸੀ ਪੂਰੇ ਭਾਰਤ ਭਰ 'ਚ ਕਿਉਂ ਨਹੀਂ ਰਾਜ ਇੱਕ ਛੋਟਾ ਅਲੱਗ ਹਿੱਸਾ ਕਿਉਂ ਲੈਣਾ? ਤੁਸੀਂ ਸਾਨੂੰ ਦਿਓ ਤਾਂ ਸਹੀ, ਇੱਕ ਪਿੰਡ ਹੀ ਦੇ ਦਿਓ। ਮੈਂ ਸਟੇਟ ਨੂੰ ਚੈਲੰਜ ਕਰਕੇ ਕਹਿੰਦਾ ਇੱਕ ਪਿੰਡ ਦੇ ਦਿਓ, ਇੱਕ ਪਿੰਡ ਦੇ ਦਿਓ ਸਾਨੂੰ, ਫਿਰ ਅਸੀਂ ਦੱਸਾਂਗੇ ਕਿੱਥੇ ਤੱਕ ਪਹੁੰਚ ਸਕਦੇ ਹਾਂ। ਸਟੇਟ ਨੂੰ ਪਤਾ ਹੈ ਵੀ ਇਦਾਂ ਦੇ ਇਕੱਠ ਬੜੀ ਵਾਰੀ ਇਹਨਾਂ ਨੇ ਕੀਤੇ, ਬੜੀ ਵਾਰੀ ਘਰੇ ਜਾ ਕੇ ਬਹਿ ਗਏ। ਜੇ ਇਸ ਇਕੱਠ ਦੇ ਵਿੱਚੋਂ ਸਟੇਟ ਨੂੰ ਦੀਪ ਸਿੱਧੂ ਨਾ ਦਿਸੇ ਤੇ ਸੜਕਾਂ ਤੇ ਲੱਗੇ ਖਾਲਿਸਤਾਨ ਦੇ ਨਾਰੇ ਵੀ ਉਹਨਾਂ ਨੂੰ ਪਤਾ ਵੀ ਇਹ 4 ਦਿਨ ਚਾਅ ਪੂਰਾ ਕਰਦੇ ਹੁੰਦੇ, ਗਏ ਘਰਾਂ ਨੂੰ। ਅੱਜ ਸਾਡੇ ਦਿਮਾਗ ਦੇ ਵਿੱਚ ਦਿਓ ਕਿਹੜੇ ਆ? ਦਿਓ ਕੱਲਾ ਇਹ ਨਹੀਂ ਆ ਵੀ ਸਟੇਟ ਗੋਲੀਆਂ ਚਲਾਊਗੀ ਵੀ ਉਹੀ ਸਾਨੂੰ ਦਿਓ ਲੱਗਦਾ ਪਿਆ। ਸਾਨੂੰ ਇਹ ਵੀ ਦਿਓ, ਸਾਡੇ ਲਈ ਦਿਓ ਬਣਿਆ ਪਿਆ ਮੇਰਾ ਫਿਊਚਰ ਕੀ ਆ ਯਾਰ, ਮੈਂ ਇੱਥੇ ਰਹਿ ਗਿਆ ਮੈਨੂੰ ਨੌਕਰੀ ਨਹੀਂ ਮਿਲਣੀ, ਇਹ ਵੀ ਵੱਡਾ ਦਿਓ ਆ। ਮੈਂ ਸੰਘਰਸ਼ 'ਚ ਉਤਰ ਗਿਆ, ਮੇਰੇ ਪਰਿਵਾਰ ਦਾ ਕੀ ਬਣੂਗਾ? ਸਾਡੇ ਲਈ ਵੀ ਦਿਓ ਬਣਿਆ ਪਿਆ। ਹੁਣ ਪੰਥ ਦੇ ਅੰਦਰ ਲੋਕਾਂ ਲਈ ਦਿਓ ਕਿਹੜੀ ਚੀਜ਼ ਆ, ਉਹ ਦਿਓ ਪਛਾਣਨਾ ਪਊਗਾ ਤੇ ਉਹਦਾ ਪਿਓ ਕਿੱਦਾਂ ਬਣਨਾ ਵੀ ਪਛਾਣਨਾ ਪਊਗਾ। ਪਿੱਛੇ ਸਿੱਖ ਦੇ ਕੌਣ ਹੁੰਦਾ? ਉਹ ਕਹਿੰਦਾ ਗੁਰੂ ਦੇ, ਤੇ ਸਿੱਖ ਦੇ ਪਿੱਛੇ ਕੌਣ ਹੈ? ਸਿੱਖ ਦੇ ਪਿੱਛੇ ਗੁਰੂ ਆ। ਤੇ ਜਿੱਦਣ ਅਸੀਂ ਇਹ ਪਛਾਣ ਕੇ ਸਾਡੇ ਪਿੱਛੇ ਗੁਰੂ ਆ ਤੇ ਸਾਡੇ ਅੱਗੇ ਵੀ ਗੁਰੂ ਆ, ਜਿਹਦੀ ਗੋਦ 'ਚ ਬਹਿਣਾ ਜਾ ਕੇ ਉਹ ਵੀ ਗੁਰੂ ਆ। ਮਰਦੇ ਜਾਨਵਰ ਆ ਬੰਦੇ ਦੇ, ਜੇ ਗੁਰੂ ਸਾਹਿਬ ਨੇ ਕੁੱਲ ਕਾਇਨਾਤ ਦੇ ਵਿੱਚ ਮਨੁੱਖਤਾ 'ਚ ਇੱਕ ਵੱਖਰੀ ਪਾਵਰ, ਵੱਖਰੀ ਹਸਤੀ ਬਣਾ ਕੇ ਸਾਨੂੰ ਭੇਜਿਆ ਨਾ, ਤੇ ਸਾਡਾ ਮਰਨਾ ਵੀ ਜਾਨਵਰਾਂ ਵਾਲਾ ਨਹੀਂ ਹੋਣਾ ਚਾਹੀਦਾ। ਸਾਨੂੰ ਦਿਸਣਾ ਚਾਹੀਦਾ ਮਰੀਏ ਤੇ ਜਾ ਕੇ ਗੁਰੂ ਦੀ ਗੋਦ ਮਿਲੇ। ਜੇ ਇਹ ਸੋਚ ਲੈ ਕੇ ਚੱਲਾਂਗੇ ਨਾ ਤੇ ਸਟੇਟ ਨੂੰ ਸਾਡੇ ਵਿੱਚੋਂ ਦੀਪ ਸਿੱਧੂ ਦਿਸੂਗਾ। ਹਜ਼ਾਰਾਂ ਦੇ ਗੱਠ 'ਚੋਂ ਜੇ ਨੌਜਵਾਨ ਸੂਝਵਾਨ ਨਿਕਲਦੇ ਆ, ਉਹਦੀ ਸੋਚ ਕੀ ਸੀ ਉਹ ਪੜ੍ਹਦੇ ਆ, ਉਹਦੀ ਸੋਚ ਕੀ ਸੀ ਉਹਦੀ ਵੀਡੀਓ ਸੁਣਦੇ ਆ, ਤਾਂ ਫਰਕ ਪਊਗਾ। ਇਦਾਂ ਕੋਈ ਫਰਕ ਨਹੀਂ ਪੈਣਾ। ਮੈਂ ਪੂਰੇ ਪੰਥ ਦੇ ਚਰਨਾਂ 'ਚ ਬੇਨਤੀ ਕਰਦਾ, ਮਤ ਉਡੀਕੋ ਫੈਸਲੇ ਸਟੇਜਾਂ ਤੋਂ। ਪੰਥ ਆਪਣੇ ਆਪ ਦੇ ਵਿੱਚ ਇੱਕ ਲੀਡਰ ਆ, ਹਰ ਸਿੱਖ ਆਪਣੇ ਆਪ ਦੇ ਵਿੱਚ ਇੱਕ ਲੀਡਰ ਆ। ਅਸੀਂ ਪਹਿਲੇ ਮਹਿਸੂਸ ਤੇ ਕਰੀਏ ਕਿ ਅਸੀਂ ਇੱਕ ਕੌਮ ਆ ਤੇ ਅਸੀਂ ਰਾਜ ਭਾਗ ਹੰਢਾਏ ਆ। ਇਹ ਦੀਪ ਸਿੱਧੂ ਕਹਿ ਰਿਹਾ ਸੀ ਕਿ ਜਿਸ ਕੌਮ ਨੇ ਕਦੇ ਰਾਜ ਹੰਢਾਇਆ ਹੋਵੇ, ਤੁਸੀਂ ਉਹਦੇ ਅੰਦਰੋਂ ਰਾਜ ਦੀ ਭਾਵਨਾ ਨੂੰ ਕਿੱਦਾਂ ਕੱਢ ਦੋਗੇ? ਜੇ ਇੱਥੇ ਸਟੇਜ ਤੇ ਗੱਲ ਕਹੀ ਗਈ ਕਿ ਉਹਦੀ ਮੌਤ ਨੂੰ ਰਾਜਨੀਤੀ 'ਚ ਨਾ ਬਦਲਿਆ ਜਾਏ, ਉਹਦੀ ਮੌਤ ਹੀ ਰਾਜਨੀਤੀ ਹੈ। ਉਹਦੀ ਮੌਤ ਹੀ ਰਾਜਨੀਤੀ 'ਚੋਂ ਹੋਈ ਆ। ਇੱਕ ਰਾਜਨੀਤੀ ਨੇ ਦੀਪ ਸਿੱਧੂ ਦਾ ਕਤਲ ਕੀਤਾ ਆ। ਜੇ ਰਾਜਨੀਤੀ ਦੀ ਤੁਸੀਂ ਗੱਲ ਨਹੀਂ ਕਰਨੀ ਤੇ ਦਰਬਾਰ ਸਾਹਿਬ ਦੇ ਅੰਦਰ ਅਕਾਲ ਤਖਤ ਸਾਹਿਬ ਦੇ ਮਾਡਲ ਦਾ ਕੀ ਅਰਥ ਆ? ਕੀ ਸੱਚਖੰਡ ਹਰਿਮੰਦਰ ਸਾਹਿਬ 'ਚ ਕੋਈ ਕਮੀ ਆ, ਘਾਟ ਆ? ਰਾਜਨੀਤੀ ਸਿਰਫ ਵੋਟਾਂ ਲੈਣੀਆਂ ਦੇਣੀਆਂ ਹੀ ਸਾਨੂੰ ਲੱਗਦਾ, ਕਿਉਂਕਿ ਸਾਡੇ 'ਚ ਪ੍ਰੋਬਲਮ ਹੈ। ਸਾਨੂੰ ਪਤਾ ਹੀ ਨਹੀਂ ਕਿ ਇੱਕ ਰਾਜ ਨੂੰ ਚਲਾਉਣ ਦੀ ਨੀਤੀ ਅਕਾਲ ਤਖਤ ਸਾਹਿਬ ਤੋਂ ਵੀ ਚੱਲਦੀ ਆ। ਸਾਡੇ ਜਿਹੜੀਆਂ ਕਹਿ ਸਕਦੇ ਆ ਵੀ ਸਿੱਖ ਕੌਮ 'ਚ ਹਰ ਬੰਦਾ ਲੀਡਰ ਬਣ ਗਿਆ, ਹਰ ਇੱਕ ਨੇ ਜਥੇਬੰਦੀ ਬਣਾ ਲਈ ਅਲੱਗ-ਅਲੱਗ। ਤੁਹਾਨੂੰ ਲੱਗਦਾ ਲੀਡਰਾਂ ਨੇ ਖਾ ਲਿਆ? ਦੀਪ ਸਿੱਧੂ ਆਇਆ ਇੱਕ ਆਵਾਜ਼ ਲੈ ਕੇ ਆਇਆ ਨਾ ਕਿ ਪਾਤਸ਼ਾਹੀ ਦਾਅਵੇ ਦੀ ਗੱਲ ਕੀਤੀ ਆ। ਇਹ ਕਰੋ ਸਾਰੇ ਨੌਜਵਾਨ ਪਾਤਸ਼ਾਹੀ ਦਾਅਵੇ ਦੀ ਗੱਲ, ਜਿਹੜੇ ਰੂਪ 'ਚ ਕਰ ਹੁੰਦੀ ਕਰੋ। ਕਿਸੇ ਨੂੰ ਲੱਗਦਾ ਖਾਲਿਸਤਾਨ ਦੀ ਗੱਲ ਕਰਕੇ ਕਰਨੀ ਕਰੋ, ਕਿਸੇ ਨੂੰ ਲੱਗਦਾ ਵੋਟਾਂ ਲੈ ਕੇ ਕਰਨੀ ਕਰੋ, ਕਿਸੇ ਨੂੰ ਲੱਗਦਾ ਖੁਦ ਮੁਖਤਿਆਰੀ ਤੇ ਕਰਨੀ ਆ ਕਰੋ। ਤੁਸੀਂ ਆਪ ਦਾ ਇੱਕ ਟੀਚਾ ਤੇ ਡਿਸਾਈਡ ਕਰੋ ਨਾ। ਅਸੀਂ ਹੱਕ ਮੰਗ ਰਹੇ, ਨਾ ਤਾਂ ਖਾਲਿਸਤਾਨ ਸਾਡੀ ਮਜਬੂਰੀ ਆ, ਨਾ ਹੀ ਸਾਡੀ ਉਹ ਕੋਈ ਚੱਸ ਆ, ਸਾਨੂੰ ਕੋਈ ਚਸਕਾ ਆ ਵੀ ਅਸੀਂ ਰਾਜ ਹੰਡਾਉਣੇ ਆ। ਨਹੀਂ, ਐਜ਼ ਅ ਕੌਮ ਸਾਡਾ ਪਾਤਸ਼ਾਹੀ ਦਾਅਵਾ ਆ, ਹੱਕ ਰੱਖਦੇ ਆ, ਅਸੀਂ ਰਾਜ ਕੀਤਾ ਆ। ਅਸੀਂ ਦੀਪ ਸਿੱਧੂ ਦੀ ਜਿਹੜਾ ਕਤਲ ਆ ਉਹਦਾ ਇਨਸਾਫ ਮੰਗਦੇ ਪਏ। ਕਿਹਦੇ ਕੋਲੋਂ? ਜਿਸ ਸਿਸਟਮ ਦੇ ਕੋਲੋਂ ਮੰਗਦੇ, ਉਸੇ ਸਿਸਟਮ ਨੇ ਦੀਪ ਸਿੱਧੂ ਨੂੰ ਕਤਲ ਕੀਤਾ। ਕਦੇ ਕਾਤਲ ਕਹਿੰਦਾ ਹੁੰਦਾ ਮੈਂ ਤੈਨੂੰ ਇਨਸਾਫ ਦਿੰਦਾ? ਜਿੱਦਣ ਅਸੀਂ ਹਰ ਸਿੱਖ ਜਿਹੜਾ ਕਹਿੰਦਾ, ਨੌਜਵਾਨ ਕਹਿੰਦਾ ਕਿ ਮੈਂ ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦੇਣਾ, ਉਹ ਮੰਨ ਲਵੇ ਮੇਰੇ ਭਰਾ ਦਾ ਕਤਲ ਹੋਇਆ, ਵੋਟ ਪਾਉਣ ਲੱਗਾ ਜਾ ਕੇ ਸੋਚੇ, ਸਟੇਟ ਨੂੰ ਪਤਾ ਲੱਗ ਜੂ ਕਿੰਨੇ ਦੀਪ ਸਿੱਧੂ ਪੈਦਾ ਹੋ ਗਏ। ਲੋਕ ਇੱਥੇ ਕਹਿ ਦਿੰਦੇ ਆ ਨਾ ਲੀਡਰਲੈਸ ਕੌਮ ਹੈ ਅਸੀਂ। ਨੋ, ਬੇਵਕੂਫੀ ਆ ਇਹ। ਸਿੱਖ ਕੌਮ ਕਦੇ ਲੀਡਰਲੈਸ ਨਹੀਂ ਹੋ ਸਕਦੀ। ਸਾਡਾ ਗੁਰੂ ਜਗਤ ਜੋਤ ਆ, ਕਦੇ ਨਾ ਖਤਮ ਹੋਣ ਵਾਲਾ। ਉਹ ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਵੀ ਸੱਚ।
मैं दीप सिद्धू हाँ, स्टेट ਨੂੰ ਚੈਲੰਜ ਕਰਕੇ ਕਹਿ ਰਿਹਾ ਹੁਣ ਦੂਜੇ ਨੂੰ ਖਤਮ ਕਰਨ ਲਈ ਤਿਆਰੀ ਕਰ ਲਓ। ਇੱਥੇ ਹੋ ਸਕਦਾ ਮੇਰੇ ਵਰਗੇ ਹਜ਼ਾਰਾਂ ਹੋਣਗੇ ਜਿਹੜੇ ਮੇਰੇ ਵਾਂਗ ਬੋਲ ਨਹੀਂ ਸਕਦੇ ਪਰ ਇੱਥੇ ਦਿਲ 'ਚ ਰੱਖਦੇ ਆ ਕਿ ਸਾਡਾ ਭਰਾ ਗਿਆ ਆ। ਸਿੱਖ ਕੌਮ ਨੂੰ ਵੱਡਾ ਘਾਟਾ ਪਿਆ 15 ਤਰੀਕ ਨੂੰ ਅਤੇ 24 ਤਰੀਕ ਜੋ ਦੀਪ ਸਿੱਧੂ ਦੀ ਅੰਤਿਮ ਅਰਦਾਸ ਦੀਆਂ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾਈਆਂ ਸਨ ਤਾਂ ਹੁਣ ਅਰਦਾਸ ਹੋ ਚੁੱਕੀ ਹੈ। ਸਿੰਘ ਸਾਡੇ ਨਾਲ ਮੌਜੂਦ ਨੇ। ਗੱਲ ਇਹ ਆਂਦੀ ਹੈ ਵੀ ਇਕੱਠ ਵੀ ਹੋਇਆ, ਜਿਵੇਂ ਪਹਿਲਾਂ ਹੀ ਮੈਂ ਸ਼ੁਰੂਆਤ 'ਚ ਕਹੀ ਹੈ, ਲੱਖਾਂ ਦਾ ਇਕੱਠ ਹੋਇਆ। ਤਾਂ ਦੀਪ ਸਿੱਧੂ ਦੀ ਕਈ ਵਾਰੀ ਅਸੀਂ ਪੁਰਾਣੀਆਂ ਵੀਡੀਓਜ਼ ਵੀ ਦੇਖਦੇ ਹਾਂ। ਐਸੀ ਹਾਲ ਦੇ ਵਿੱਚ ਅਖੰਡ ਪਾਠ ਸਾਹਿਬ ਦਾ ਭੋਗ ਵੀ ਦੀਪ ਸਿੱਧੂ ਨੇ ਰਖਾਇਆ ਸੀਗਾ 28 ਤਰੀਕ ਪਿਛਲੀ, ਇੱਥੇ ਹੋ ਕੇ ਵੀ ਗਏ ਸੀ। ਤਾਂ ਉਹਨਾਂ ਦੇ ਸਾਥੀ ਕਹਿੰਦੇ ਕਿ ਅਸੀਂ ਸੋਚਿਆ ਨਹੀਂ ਸੀ ਵੀ ਇਹੋ ਜਿਹਾ ਵੀ ਦੇਖਾਂਗੇ। ਦੇਖੋ ਬਿਲਕੁਲ ਇਹ ਤੇ ਸਾਰਾ ਕੁਝ ਅਣਕਿਆਸਿਆ ਹੋਇਆ ਪਰਿਵਾਰ ਲਈ ਵੀ ਤੇ ਪੰਥ ਲਈ ਵੀ। ਪਰ ਅਹਿਮ ਤੇ ਇੰਪੋਰਟੈਂਟ ਗੱਲ ਜਿਹੜੀ ਸੋਚ ਤੇ ਵਿਚਾਰ ਕਰਨ ਵਾਲੀ ਇਹ ਹੈਗੀ ਆ ਕਿ ਦੀਪ ਸਿੱਧੂ ਜਿਸ ਮਕਸਦ ਨੂੰ ਲੈ ਕੇ ਆਪ ਦੀ ਲਗਜ਼ਰੀ ਲਾਈਫ ਨੂੰ ਛੱਡ ਕੇ ਇੱਥੇ ਆਇਆ, ਹੁਣ ਵੀ ਇੱਥੇ ਬਹੁਤ ਸਾਰੀ ਸੰਗਤ ਦੇ ਵਿੱਚ ਵਿਚਾਰ ਚੱਲਦੇ ਸੀਗੇ ਵੀ ਕਿ ਅਸੀਂ ਸਿਰਫ ਬੀਤੇ ਹੋਏ ਨੂੰ ਰੋਣਾ ਆ ਤੇ ਫਿਊਚਰ ਦੀ ਸਿਰਫ ਇੱਕ ਆਸ ਹੀ ਰੱਖਣੀ ਆ ਕਿ ਸਾਰੇ ਇੱਦਾਂ ਹੀ ਹਿਸਟਰੀ ਦੇ ਵਿੱਚ ਇਹ ਚੀਜ਼ਾਂ ਲਿਖੀਆਂ ਜਾਣਗੀਆਂ ਜੋ 47 ਤੋਂ ਬਾਅਦ 'ਚ ਕੌਮ ਨੇ ਹੰਢਾਇਆ, ਜਿਸ ਤਰੀਕੇ ਨਾਲ ਕੌਮ ਨੇ ਆਪਣੀ ਜ਼ਿੰਦਗੀ ਬਤੀਤ ਕੀਤੀ ਆ, ਉਹ ਹਿਸਟਰੀ ਜਿਹੜੀ ਹੈਗੀ ਆ ਉਹ ਸਾਨੂੰ ਕਿਤੇ ਨਾ ਕਿਤੇ ਪੜ੍ਹਾਉਣ ਲੱਗਿਆ ਹੋ ਸਕਦਾ ਸਾਡੀ ਅੱਖ ਝੁਕੇ। ਪਰ ਇਹੋ ਜਿਹੇ ਕੁਝ ਕਿਰਦਾਰ ਹਿਸਟਰੀ ਦੇ ਵਿੱਚ ਉੱਭਰੇ ਆ ਜਿਨ੍ਹਾਂ ਨੇ ਸਾਡੀ ਇੱਕ ਤਰ੍ਹਾਂ ਨਾਲ ਪੱਗ ਨੂੰ ਬਚਾ ਕੇ ਰੱਖਿਆ। ਇਹ ਕੁਝ ਰੂਹਾਂ ਹੁੰਦੀਆਂ ਜਿਹੜੀਆਂ ਗੁਰੂ ਵੱਲੋਂ ਵਰਸੋਈਆਂ ਪੰਥ ਦੇ ਵਿੱਚ ਆਉਂਦੀਆਂ, ਉਹ ਕੌਮ ਨੂੰ ਹੁਲਾਰਾ ਦਿੰਦੀਆਂ, ਜਗਾਉਂਦੀਆਂ। ਜਿਵੇਂ ਭਿੰਡਰਾਂ ਵਾਲਿਆਂ ਦੀ ਸ਼ਖਸੀਅਤ ਇੱਕ ਉੱਭਰੀ ਜਦੋਂ ਉਹ ਸੀ, ਸ਼ਾਇਦ ਉਸ ਟਾਈਮ ਤੇ ਉਹਨਾਂ ਦੇ ਬੜੇ ਵਿਰੋਧੀ ਸੀ ਪੰਥ ਦੇ ਅੰਦਰ ਹੀ, ਉਹਨਾਂ ਦੇ ਖਿਲਾਫ ਗੱਲਾਂ ਕਰਨ ਵਾਲੇ ਵੀ ਸੀ, ਪਰ ਚਲੇ ਗਏ ਤੇ ਸਾਰਿਆਂ ਨੇ ਸੋਲੇ ਗਾਉਣੇ ਸ਼ੁਰੂ ਕਰ ਦਿੱਤੇ, ਸਾਰਿਆਂ ਨੇ ਤਸਵੀਰਾਂ ਲਾਉਣੀਆਂ ਸ਼ੁਰੂ ਕਰਤੀਆਂ। ਇੱਥੋਂ ਤੱਕ ਕਿ ਕਾਂਗਰਸ ਦੇ ਬਹੁਤ ਬੰਦੇ ਜਿਹਨੂੰ ਉਹ ਪਾਰਟੀ ਮੰਨਿਆ ਜਾਂਦਾ ਵੀ ਸ਼ਾਇਦ ਉਹਨੇ ਅਟੈਕ ਕਰਾਇਆ ਸੀ ਤੇ ਸਟੇਟ ਨੂੰ ਮੰਨਦੇ ਹਨ, ਪਰ ਉਹ ਜਿਹੜੀ ਇੱਕ ਪਾਰਟੀ ਪਾਰਟੀਕੂਲਰ ਸੀਗੀ ਉਹ ਵੀ ਸ਼ਾਇਦ ਉਹਦੇ ਵੀ ਬਹੁਤ ਸਾਰੇ ਬੰਦੇ ਅੱਜ ਦਿਨ ਮਨਾਉਂਦੇ ਆ। ਦੀਪ ਸਿੱਧੂ ਆਇਆ, ਉਹਦੇ ਨਾਲ ਨਹੀਂ ਖੜੇ, ਅੱਜ ਚਲੇ ਗਿਆ ਤੇ ਸਾਰਾ ਪੰਥ ਇਕੱਠੇ ਹੋ ਕੇ ਆ ਗਿਆ। ਕਿ ਅਸੀਂ ਬੀਤੇ ਨੂੰ ਰੋਣਾ ਕਿ ਅੱਜ ਸਾਡੇ ਵਿਚਕਾਰ ਦੀਪ ਸਿੱਧੂ ਨਹੀਂ ਹੈਗੇ? ਅੱਜ ਵੀ ਪੰਥ ਦੇ ਵਿੱਚ ਐਸੇ ਨੌਜਵਾਨ ਆ ਜਿਨ੍ਹਾਂ ਦੇ ਕੋਲ ਬਹੁਤ ਡੂੰਘੀ ਸਮਝ ਆ, ਜਿਨ੍ਹਾਂ ਦੇ ਕੋਲ ਬਹੁਤ ਸਿੱਖੀ ਪ੍ਰਤੀ ਪਿਆਰ, ਜਜ਼ਬਾ ਤੇ ਕੁਝ ਕਰਨਾ ਚਾਹੁੰਦੇ ਆ। ਹੋ ਸਕਦਾ ਉਹਨੂੰ ਸਿਰਫ 10 ਲੋਕ ਜਾਣਦੇ ਹੋਣ, ਕਿ ਉਹ 10 ਉਹਦੇ ਨਾਲ ਨਹੀਂ ਖੜ ਸਕਦੇ। ਅੱਜ ਹਜ਼ਾਰਾਂ ਨੌਜਵਾਨ ਆ ਜਿਹੜੇ ਕਰ ਸਕਦੇ ਬਹੁਤ ਕੁਝ, ਸਾਨੂੰ ਉਹਨਾਂ ਨੂੰ ਸਾਂਭਣ ਦੀ ਵੀ ਜ਼ਰੂਰਤ ਆ। ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦਿਆਂਗੇ ਠੋਕੇ ਨਾਰੇ ਲਾਉਣ ਨਾਲ ਗੱਲ ਨਹੀਂ ਬਣਨੀ। ਇੱਕ ਸਕਿੰਟ ਲੱਗਦਾ ਨਾਰਾ ਲਾਉਣ ਨੂੰ, ਉਹ ਕਿੱਦਾਂ ਦੇਣਾ ਪਹਿਰਾ? ਸੋਚ ਕੀ ਸੀ, ਕੀ ਸੋਚ ਸੀ, ਕੀ ਪਹਿਰਾ ਦੇਣਾ? ਇਹ ਉਹਦੀ ਸੋਚ ਕੀ ਸੀ, ਉਹ ਤੇ ਪਹਿਰਾ ਦੇਣਾ ਕਿੱਦਾਂ ਆ? ਉਹਦੀ ਸੋਚ ਕਲੀਅਰ ਆ। ਉਹਦੀਆਂ ਸਪੀਚਾਂ ਨੂੰ ਘੋਟ ਕੇ ਇੱਥੇ ਰੱਟ ਲਓ। ਜਦੋਂ ਉਹਦੀ ਸਪੀਚ ਤੇ ਉਹਦਾ ਆਈਡੀਓਲੋਜੀ ਜਿਹੜੀ ਉਹਦੀ ਆ, ਜਿਹੜਾ ਉਹਦਾ ਆਈਡੀਆ ਜਦੋਂ ਤੁਹਾਡੇ ਦਿਮਾਗ 'ਚ ਸੈੱਟ ਬਹਿ ਗਿਆ, ਆਟੋਮੈਟਿਕਲੀ ਤੁਹਾਡੇ ਵਿੱਚੋਂ ਦੀਪ ਸਿੱਧੂ ਦਿਸੂਗਾ ਸਟੇਟ ਨੂੰ। ਤੇ ਚਾਹੀਦਾ ਵੀ ਇਹ ਆ, ਸਟੇਟ ਐਡੇ ਇਕੱਠਾਂ ਦੀ ਪਰਵਾਹ ਨਹੀਂ ਕਰਦੀ, ਉਹ ਦੇਖਦੀ ਇਸ ਇਕੱਠ ਦੇ ਵਿੱਚੋਂ ਦੀਪ ਸਿੱਧੂ ਕਿੰਨੇ ਨਿਕਲੇ ਆ। ਸਟੇਟ ਨੂੰ ਪਤਾ ਆ ਵੀ ਇੱਦਾਂ ਦੇ ਇਕੱਠ ਬੜੀ ਵਾਰੀ ਇਹਨਾਂ ਨੇ ਕੀਤੇ, ਬੜੀ ਵਾਰੀ ਘਰੇ ਜਾ ਕੇ ਬਹਿ ਗਏ। ਜੇ ਇਸ ਇਕੱਠ ਦੇ ਵਿੱਚੋਂ ਸਟੇਟ ਨੂੰ ਦੀਪ ਸਿੱਧੂ ਨਾ ਦਿਸੇ ਤੇ ਸੜਕਾਂ ਤੇ ਲੱਗੇ ਖਾਲਿਸਤਾਨ ਦੇ ਨਾਰੇ ਵੀ ਉਹਨਾਂ ਨੂੰ ਪਤਾ ਵੀ ਇਹ 4 ਦਿਨ ਚਾਅ ਪੂਰਾ ਕਰਦੇ ਹੁੰਦੇ, ਗਏ ਘਰਾਂ ਨੂੰ। ਇੱਥੋਂ ਦੀਪ ਸਿੱਧੂ ਦਿਸਣੇ ਚਾਹੀਦੇ ਆ। ਮੈਂ ਬੋਲ ਰਿਹਾ ਨਾ, ਸਟੇਟ ਨੂੰ ਦੱਸੇ ਦੀਪ ਸਿੱਧੂ ਬੋਲ ਰਿਹਾ। ਜੇ ਸਿੰਘ ਬੋਲਣ ਦੇ ਉਹਨੂੰ ਦੱਸੇ ਯਾਰ ਦੀਪ ਸਿੱਧੂ ਪੈ ਗਏ ਇਹਨਾਂ 'ਚ, ਫੇਰ ਮਜ਼ਾ ਆ। ਅਸੀਂ ਉਹਦੇ ਵਿੱਚ ਕੀ ਆ ਵੀ ਸਾਡੀ ਨੌਜਵਾਨੀ 'ਚ ਦੀਪ ਸਿੱਧੂ ਕਿਉਂ ਨਹੀਂ ਉਤਰਦਾ? ਉਹਦਾ ਵੱਡਾ ਕਾਰਨ ਆ ਜਿਹੜੀ ਉਹ ਗੱਲ ਕਹਿੰਦਾ ਸੀ ਨਾ, ਦਿਓ ਦੇ ਪਿਓ ਬਣ ਜਾਓ। ਅੱਜ ਸਾਡੇ ਦਿਮਾਗ ਦੇ ਵਿੱਚ ਦਿਓ ਕਿਹੜੇ ਆ? ਦਿਓ ਕੱਲਾ ਇਹ ਨਹੀਂ ਆ ਵੀ ਸਟੇਟ ਗੋਲੀਆਂ ਚਲਾਊਗੀ ਵੀ ਉਹੀ ਸਾਨੂੰ ਦਿਓ ਲੱਗਦਾ ਪਿਆ। ਸਾਨੂੰ ਇਹ ਵੀ ਦਿਓ, ਸਾਡੇ ਲਈ ਦਿਓ ਬਣਿਆ ਪਿਆ। ਮੇਰਾ ਫਿਊਚਰ ਕੀ ਆ ਯਾਰ? ਮੈਂ ਇੱਥੇ ਰਹਿ ਗਿਆ, ਮੈਨੂੰ ਨੌਕਰੀ ਨਹੀਂ ਮਿਲਣੀ, ਇਹ ਵੀ ਵੱਡਾ ਦਿਓ ਆ। ਮੈਂ ਸੰਘਰਸ਼ 'ਚ ਉਤਰ ਗਿਆ, ਮੇਰੇ ਪਰਿਵਾਰ ਦਾ ਕੀ ਬਣੂਗਾ? ਸਾਡੇ ਲਈ ਵੀ ਦਿਓ ਬਣਿਆ ਪਿਆ। ਮੇਰੀ ਇਮੇਜ ਕੀ ਆ? ਵਿਗੜਤ ਨਹੀਂ ਜਾਊਗੀ, ਇਹ ਵੀ ਸਾਡੇ ਲਈ ਦਿਓ ਬਣਿਆ ਪਿਆ। ਮੈਂ ਕੀ ਕਰਨਾ ਕਿੱਥੇ ਕੰਮ ਐਨਆਈ 'ਚ ਪੈ ਕੇ? ਅੱਜ ਮੈਂ ਅਕਾਲੀ ਦਲ ਨਾਲ ਤੁਰਿਆ ਫਿਰਦਾ, ਮੇਰੇ ਮਗਰੇ ਗੱਡੀ ਯਾਰ, ਜੇ ਮੈਂ ਪੰਥ ਦੀ ਗੱਲ ਕਰਨ ਲੱਗ ਪਿਆ ਮੇਰੇ ਲਈ ਤਾਂ ਇਹ ਵੀ ਦਿਓ ਬਣ ਗਿਆ। ਮੈਂ ਅੱਜ ਝਾੜੂ ਨੂੰ ਵੋਟ ਪਾ ਕੇ ਆਇਆ, ਮੇਰੇ ਮਗਰ ਤੇ ਪੂਰਾ ਪਿੰਡ ਸੀ ਯਾਰ, ਝਾੜੂ ਦੇ ਮਗਰ ਹੋ ਜਾ। ਜੇ ਮੈਂ ਦੀਪ ਸਿੱਧੂ ਵਾਲੀ ਗੱਲ ਕਰਨ ਲੱਗ ਪਿਆ ਤੇ ਮੇਰੀ ਯਾਰ ਇਮੇਜ ਕਿੱਥੇ ਜਾਊਗੀ? ਮੇਰੇ ਲਈ ਤਾਂ ਇਹ ਵੀ ਦਿਓ ਬਣਿਆ ਪਿਆ। ਹੁਣ ਪੰਥ ਦੇ ਅੰਦਰ ਲੋਕਾਂ ਲਈ ਦਿਓ ਕਿਹੜੀ ਚੀਜ਼ ਆ, ਉਹ ਦਿਓ ਪਛਾਣਨਾ ਪਊਗਾ ਤੇ ਉਹਦਾ ਪਿਓ ਕਿੱਦਾਂ ਬਣਨਾ ਵੀ ਪਛਾਣਨਾ ਪਊਗਾ। ਜੇ ਮੈਂ ਆਪ ਦੇ ਵਿੱਚ ਇਹ ਮੰਨਦਾ ਆ ਕਿ ਗੁਰੂ ਨੇ ਕਿਹਾ ਕਿ ਆ ਹੀ ਮੇਰਾ ਸਰੂਪ ਆ ਸਿੱਖ ਹੀ ਮੇਰਾ ਹੀ ਸਰੂਪ ਆ, ਤੇ ਜਿਹੜੀ ਦੀਪ ਸਿੱਧੂ ਗੱਲ ਕਹਿੰਦਾ ਸੀਗਾ ਕਿ ਯਾਰ ਇਹਦੇ ਪਿੱਛੇ ਕੋਈ ਹੋਊ, ਪਿੱਛੇ ਸਿੱਖ ਦੇ ਕੌਣ ਹੁੰਦਾ? ਉਹ ਕਹਿੰਦਾ ਗੁਰੂ ਦੇ ਤੇ ਸਿੱਖ ਦੇ ਪਿੱਛੇ ਕੌਣ ਹੈ? ਸਿੱਖ ਦੇ ਪਿੱਛੇ ਗੁਰੂ ਆ। ਤੇ ਜਿੱਦਣ ਅਸੀਂ ਇਹ ਪਛਾਣ ਕੇ ਸਾਡੇ ਪਿੱਛੇ ਗੁਰੂ ਆ ਤੇ ਸਾਡੇ ਅੱਗੇ ਵੀ ਗੁਰੂ ਆ। ਜਿਹਦੀ ਗੋਦ 'ਚ ਬਹਿਣਾ ਜਾ ਕੇ ਉਹ ਵੀ ਗੁਰੂ ਆ, ਜਿਹਦੀ ਗੋਦ ਨਸੀਬ ਕਰਨੀ ਆ। ਮਰਦੇ ਜਾਨਵਰ ਆ,
ਬੰਦੇ ਦੇ ਜੇ ਗੁਰੂ ਸਾਹਿਬ ਨੇ ਕੁੱਲ ਕਾਇਨਾਤ ਦੇ ਵਿੱਚ ਮਨੁੱਖਤਾ 'ਚ ਇੱਕ ਵੱਖਰੀ ਪਾਵਰ, ਵੱਖਰੀ ਹਸਤੀ ਬਣਾ ਕੇ ਸਾਨੂੰ ਭੇਜਿਆ ਨਾ, ਤੇ ਸਾਡਾ ਮਰਨਾ ਵੀ ਜਾਨਵਰਾਂ ਵਾਲਾ ਨਹੀਂ ਹੋਣਾ ਚਾਹੀਦਾ। ਸਾਨੂੰ ਦਿਸਣਾ ਚਾਹੀਦਾ ਮਰੀਏ ਤੇ ਜਾ ਕੇ ਗੁਰੂ ਦੀ ਗੋਦ ਮਿਲੇ। ਜੇ ਅਸੀਂ ਚੱਲੀਏ ਤੇ ਸਾਡੀ ਪਿੱਠ ਤੇ ਗੁਰੂ ਖੜਾ ਹੋਵੇ। ਜੇ ਇਹ ਸੋਚ ਲੈ ਕੇ ਚੱਲਾਂਗੇ ਨਾ ਤੇ ਸਟੇਟ ਨੂੰ ਸਾਡੇ ਵਿੱਚੋਂ ਦੀਪ ਸਿੱਧੂ ਦਿਸੂਗਾ, ਫਿਰ ਉਹ ਗੱਲ ਸੱਚ ਆਊਗੀ। ਉਹਦੀ ਸੋਚ ਤੇ ਅਸੀਂ ਪਹਿਰਾ ਦੇ ਰਹੇ ਹਾਂ ਠੋਕ ਕੇ। ਮਤਲਬ ਹਜ਼ਾਰਾਂ ਦਾ ਜੇ ਅੱਜ ਇਕੱਠ ਹੋਇਆ, ਹਜ਼ਾਰਾਂ ਦੇ ਇਕੱਠ ਚੋਂ ਜੇ ਨੌਜਵਾਨ ਸੂਝਵਾਨ ਨਿਕਲਦੇ ਆ, ਉਹਦੀ ਸੋਚ ਕੀ ਸੀ ਉਹ ਪੜ੍ਹਦੇ ਆ, ਉਹਦੀ ਸੋਚ ਕੀ ਸੀ ਉਹਦੀ ਵੀਡੀਓ ਸੁਣਦੇ ਆ, ਤਾਂ ਫਰਕ ਪਊਗਾ। ਇਦਾਂ ਕੋਈ ਫਰਕ ਨਹੀਂ ਪੈਣਾ। ਬਿਲਕੁਲ। ਦੇਖੋ, ਤੁਹਾਡੇ ਚੈਨਲ ਦੇ ਜ਼ਰੀਏ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ, ਕਿਉਂਕਿ ਇੱਥੇ ਜਿੰਨਾ ਇਕੱਠ ਹੋਇਆ ਉਹਦੇ ਮਨਾਂ 'ਚ ਇੱਕ ਗੱਲ ਬਹੁਤ ਭਾਰੂ ਸੀ ਕਿ ਸ਼ਾਇਦ ਕੋਈ ਪ੍ਰੋਗਰਾਮ ਮਿਲੂਗਾ ਤੇ ਅਸੀਂ ਉੱਤੇ ਪਹਿਰਾ ਦੇਣਾ, ਕੋਈ ਐਕਸ਼ਨ ਮਿਲੂਗਾ ਅਸੀਂ ਉਹਦੇ ਤੇ ਪਹਿਰਾ ਦੇਣਾ। ਕੌਮ ਇਹੀ ਸੋਚ ਕੇ ਇੱਕ ਵਲਵਲਾ ਲੈ ਕੇ ਅੱਜ ਇਕੱਠ ਕੀਤਾ ਉਹਨੇ। ਮੈਂ ਪੂਰੇ ਪੰਥ ਦੇ ਚਰਨਾਂ 'ਚ ਬੇਨਤੀ ਕਰਦਾ, ਮਤ ਉਡੀਕੋ ਫੈਸਲੇ ਸਟੇਜਾਂ ਤੋਂ। ਪੰਥ ਆਪਣੇ ਆਪ ਦੇ ਵਿੱਚ ਇੱਕ ਲੀਡਰ ਆ, ਸਿੱਖ, ਹਰ ਸਿੱਖ ਆਪਣੇ ਆਪ ਦੇ ਵਿੱਚ ਇੱਕ ਲੀਡਰ ਆ। ਇਹ ਜ਼ਰੂਰੀ ਨਹੀਂ ਮੈਂ ਪੂਰੀ ਕੌਮ ਨੂੰ ਅਗਵਾਈ ਦੇਣੀ ਆ। ਮੈਂ ਆਪ ਦੇ ਪਰਿਵਾਰ ਨੂੰ, ਆਪਣੇ ਯਾਰਾਂ ਦੋਸਤਾਂ ਨੂੰ, ਆਪ ਦੇ ਨੇੜੇ ਤੇੜੇ ਤੇ ਇੱਕ ਅਗਵਾਈ ਦੇ ਸਕਦਾ ਨਾ। ਜਿੰਨੀ ਕੁ ਮੈਨੂੰ ਸਮਝ ਆ ਕਿ ਆਹ ਪੰਥ ਆ, ਆਹ ਫੈਸਲੇ ਆ, ਆਹ ਸਮਝ ਹੋਣੀ ਚਾਹੀਦੀ ਆ, ਮੈਂ ਓਨਾ ਕਿਤੇ ਕਰਾਂ। ਮੈਂ ਆਪ ਦੇ ਪਰਿਵਾਰ ਨੂੰ ਤੇ ਲੀਡ ਦੇ ਹੀ ਸਕਦਾ। ਮੈਂ ਆਪਦੀ ਭੈਣ ਨੂੰ, ਆਪਦੇ ਭਰਾ ਨੂੰ, ਚਾਚੇ ਤਾਏ, ਭੂਆ ਫੁੱਫੜ ਨੂੰ ਤੇ ਸਮਝਾ ਹੀ ਸਕਦਾ ਕਿ ਇਸ ਇੰਡੀਅਨ ਪੋਲਿਟਿਕਸ ਦੇ ਵਿੱਚੋਂ ਸਾਨੂੰ ਕੁਝ ਨਹੀਂ ਮਿਲਣਾ। ਅਸੀਂ ਆਪਦੇ ਪਾਤਸ਼ਾਹੀ ਦਾਅਵੇ ਤੇ ਉਤਰੀਏ। ਅਸੀਂ ਪਹਿਲੇ ਮਹਿਸੂਸ ਤੇ ਕਰੀਏ ਕਿ ਅਸੀਂ ਇੱਕ ਕੌਮ ਆ ਤੇ ਅਸੀਂ ਰਾਜ ਭਾਗ ਹੰਢਾਏ ਆ। ਇਹ ਦੀਪ ਸਿੱਧੂ ਕਹਿ ਰਿਹਾ ਸੀ ਕਿ ਜਿਸ ਕੌਮ ਨੇ ਕਦੇ ਰਾਜ ਹੰਢਾਇਆ ਹੋਵੇ, ਤੁਸੀਂ ਉਹਦੇ ਅੰਦਰੋਂ ਰਾਜ ਦੀ ਭਾਵਨਾ ਨੂੰ ਕਿੱਦਾਂ ਕੱਢ ਦੋਗੇ। ਇਹ ਉਹਦੀ ਸਟੇਟਮੈਂਟ ਸੀ ਨਾ। ਜਦੋਂ ਖਾਲਿਸਤਾਨ ਦੀ ਗੱਲ ਹੋਈ ਕਿ ਯਾਰ ਤੇਰੀ ਬਣਾਈ ਹੋਈ ਸਟੇਜ ਤੇ ਸ਼ੰਭੂ ਮੋਰਚੇ ਤੇ ਖਾਲਿਸਤਾਨ ਦੇ ਨਾਅਰੇ ਲੱਗੇ, ਦੀਪ ਦੇ ਮੂੰਹ ਅੱਗੇ ਮਾਈਕ ਗਿਆ, ਉਹ ਕਹਿੰਦਾ ਯਾਰ ਕਿਉਂ ਨਾ ਲੱਗਣ, ਲਓ ਮੈਂ ਕਹਿ ਦਿੰਦਾ ਖਾਲਿਸਤਾਨ ਜਿੰਦਾਬਾਦ, ਇਹ 'ਚ ਕੀ ਗੁਨਾਹ ਆ। ਇਹ ਵਰਡਿੰਗ ਦੀਪ ਸਿੱਧੂ ਦੀ ਸੀ। ਜੇ ਅਸੀਂ ਕੌਮ ਆ ਤੇ ਅਸੀਂ ਹੱਕ ਰੱਖਦੇ ਹਾਂ ਆਪ ਦਾ ਮੁਲਕ ਮੰਗਣ ਦਾ ਵੀ। ਅਸੀਂ ਕੋਈ ਗੁਨਾਹ ਨਹੀਂ ਕਰ ਰਹੇ, ਬੰਦੂਕ ਦੀ ਨੋਕ ਤੇ ਨਹੀਂ ਨਾ ਮੰਗ ਰਹੇ। ਪੂਰੀ ਦੁਨੀਆ ਰਾਜਨੀਤੀ ਲਫ਼ਜ਼ ਮਾੜਾ ਲੱਗਦਾ ਕਿਉਂਕਿ ਅਸੀਂ ਜਿਉਂ ਜੰਮੇ ਮਾੜੀ ਰਾਜਨੀਤੀ ਦੇਖੀ ਆ। ਰਾਜਨੀਤੀ ਮਤਲਬ ਕਿਸੇ ਰਾਜ ਨੂੰ ਚਲਾਉਣ ਦੀ ਨੀਤੀ, ਇੱਕ ਪ੍ਰਕਿਰਿਆ। ਇਹ ਕੋਈ ਮਾੜਾ ਲਫ਼ਜ਼ ਨਹੀਂ ਆ। ਜੇ ਇੱਥੇ ਸਟੇਜ ਤੇ ਇਹ ਗੱਲ ਕਹੀ ਗਈ ਕਿ ਉਹਦੀ ਮੌਤ ਨੂੰ ਰਾਜਨੀਤੀ 'ਚ ਨਾ ਬਦਲਿਆ ਜਾਏ, ਉਹਦੀ ਮੌਤ ਹੀ ਰਾਜਨੀਤੀ ਆ। ਉਹਦੀ ਮੌਤ ਹੀ ਰਾਜਨੀਤੀ 'ਚੋਂ ਹੋਈ ਆ। ਇੱਕ ਰਾਜਨੀਤੀ ਨੇ ਦੀਪ ਸਿੱਧੂ ਦਾ ਕਤਲ ਕੀਤਾ ਆ। ਰਾਜਨੀਤੀ ਦੇ ਅਧੀਨ ਹੀ ਉਹਦਾ ਕਤਲ ਹੋਇਆ। ਰਾਜਨੀਤਿਕ ਮੌਤ ਆ ਉਹਦੀ, ਉਹ ਪੋਲੀਟੀਕਲ ਮਰਡਰ ਆ। ਉਹ ਕੋਈ ਕੁਦਰਤੀ ਮੌਤ ਨਹੀਂ ਆ, ਉਹ ਰਾਜਨੀਤਿਕ, ਕਿਉਂਕਿ ਉਹਨੇ ਇੱਕ ਰਾਜਨੀਤੀ ਮਾਡਲ ਨੂੰ ਚੈਲੰਜ ਕੀਤਾ ਨਾ ਦੀਪ ਸਿੱਧੂ ਨੇ। ਦੀਪ ਸਿੱਧੂ ਨੇ ਕੀ ਕੀਤਾ? ਜਿਹੜੀ ਇੰਡੀਆ ਦੀ ਰਾਜਨੀਤੀ ਸੀ ਉਹਨੂੰ ਚੈਲੰਜ ਕੀਤਾ ਕਿ ਤੁਹਾਡੀ ਇਹ ਗਲਤ ਨੀਤੀ ਆ। ਤੁਸੀਂ, ਤੁਹਾਡੇ ਕਾਨੂੰਨ ਵੀ ਦੋਹਰੇ ਮਾਪਦੰਡ ਆ ਤੁਹਾਡੇ ਕਾਨੂੰਨਾਂ ਦੇ। ਇੱਕ ਹਜ਼ਾਰਾਂ ਕਤਲ ਕਰਕੇ, ਪ੍ਰੂਫ ਕਰਕੇ, ਹਜ਼ਾਰਾਂ ਗਵਾਹ ਹੋ ਕੇ ਵੀ ਉਹ 5 ਸਾਲਾਂ 'ਚ ਬਾਹਰ ਵੀ ਆ ਜਾਂਦੇ ਆ। ਇੱਕ ਦੇ 25 ਸਾਲ ਕੇਸ ਹੀ ਚੱਲੀ ਜਾਂਦਾ, ਕਲੀਅਰ ਹੀ ਨਹੀਂ ਹੋਇਆ ਕਿ ਬੰਦੇ ਦਾ ਕਸੂਰ ਹੈ ਕਿ ਨਹੀਂ ਹੈ। ਉਹਨੇ ਸਾਰੀ ਜ਼ਿੰਦਗੀ ਜੇਲ੍ਹ 'ਚ ਗਾਲਤੀ, ਉਹਦਾ ਕਲੀਅਰ ਹੀ ਨਹੀਂ ਹੋਇਆ। ਤੇ ਦੋਹਰੇ ਮਾਪਦੰਡ ਇੱਥੋਂ ਦੇ ਕਾਨੂੰਨ ਦੇ, ਇੱਥੋਂ ਦੇ ਸਿਸਟਮ ਦੇ। ਉਹ ਚੈਲੰਜ ਕਿਹਨੂੰ ਸੀ? ਰਾਜਨੀਤੀ ਨੂੰ। ਉਸ ਰਾਜਨੀਤੀ ਨੇ ਸਾਡਾ ਇੱਕ ਸੂਰਬੀਰ ਯੋਧਾ ਖਾ ਲਿਆ। ਅਸੀਂ ਰਾਜਨੀਤੀ ਦੀ ਗੱਲ ਕਿਉਂ ਨਾ ਕਰੀਏ? ਇੱਥੋਂ ਰਾਜਨੀਤੀ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਸੀ। ਪੂਰੀ ਦੁਨੀਆ ਦੇ ਉੱਤੇ ਕੌਮਾਂ ਵੱਸਦੀਆਂ, ਕਿਸੇ ਕੌਮ ਦੇ ਧਾਰਮਿਕ ਅਕੀਦਿਆਂ ਦੇ ਅੰਦਰ ਰਾਜਨੀਤੀ ਕੋਈ ਸਟੈਬਲਿਸ਼ ਨਹੀਂ ਕੀਤੀ ਗਈ। ਪੂਰੀ ਇੱਕੋ ਇੱਕ ਦੁਨੀਆ ਦੇ ਉੱਤੇ ਸਿੱਖ ਕੌਮ ਆ ਜਿਹਦੇ ਧੁਰ ਅੰਦਰ ਗੁਰੂ ਸਾਹਿਬ ਨੇ ਰਾਜਨੀਤੀ ਦਿੱਤੀ ਹੈ। ਜੇ ਤੁਸੀਂ ਰਾਜਨੀਤੀ ਨੂੰ ਬਾਹਰ ਕੱਢਣਾ ਤਾਂ ਫਿਰ ਮੀਰੀ ਦੇ ਪੀਰੀ ਦੇ ਕਨਸੈਪਟ ਨੂੰ ਕਿੱਦਾਂ ਡਿਫਾਈਨ ਕਰੋਗੇ? ਜੇ ਰਾਜਨੀਤੀ ਦੀ ਤੁਸੀਂ ਗੱਲ ਨਹੀਂ ਕਰਨੀ ਤੇ ਦਰਬਾਰ ਸਾਹਿਬ ਦੇ ਅੰਦਰ ਅਕਾਲ ਤਖਤ ਸਾਹਿਬ ਦੇ ਮਾਡਲ ਦਾ ਕੀ ਅਰਥ ਆ? ਕੀ ਸੱਚਖੰਡ ਹਰਿਮੰਦਰ ਸਾਹਿਬ 'ਚ ਕੋਈ ਕਮੀ ਆ, ਘਾਟ ਆ? ਗੁਰੂ ਸਾਹਿਬ ਨੇ 5 ਤਖਤ ਸਾਜੇ, ਤਖਤਾਂ ਦੇ ਕੀ ਅਰਥ ਆ? ਤੁਸੀਂ ਰਾਜਨੀਤੀ ਨੂੰ ਕਿੱਦਾਂ ਬਾਹਰ ਕੱਢ ਦਿਓਗੇ? ਕੀ ਗੁਰੂ ਸਾਹਿਬ ਦੇ ਉਸ ਇਤਿਹਾਸ ਦੇ ਪੰਨਿਆਂ ਨੂੰ ਕੱਢ ਦਿਓਗੇ? ਜਦੋਂ ਗੁਰੂ ਸਾਹਿਬ ਕਹਿੰਦੇ ਹੁਣ ਘੋੜਿਆਂ ਤੇ ਸ਼ਸਤਰਾਂ ਦੀ ਲੋੜ ਆ, ਅੱਜ ਮੈਨੂੰ ਨੌਜਵਾਨੀਆਂ ਦੀ ਲੋੜ ਆ, ਉਹ ਮਾਲਾ ਜਪਣ ਨੂੰ ਸੱਦੇ ਸੀ। ਉਹ ਸਾਡੇ ਰਾਜਨੀਤਿਕ ਮਾਡਲ ਨੂੰ ਸਟੈਬਲਿਸ਼ ਕਰਦੇ ਆ। ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਜਦੋਂ ਗੁਰੂ ਸਾਹਿਬ ਤੋੜਦੇ ਆ, ਉਹਨੂੰ ਤੁਸੀਂ ਕੀ ਕਹੋਗੇ? ਕੀ ਉਹ ਰਾਜਨੀਤੀ ਨਹੀਂ ਸੀ? ਰਾਜਨੀਤੀ ਸਿਰਫ ਵੋਟਾਂ ਲੈਣੀਆਂ ਦੇਣੀਆਂ ਹੀ ਸਾਨੂੰ ਲੱਗਦਾ, ਕਿਉਂਕਿ ਸਾਡੇ 'ਚ ਪ੍ਰੋਬਲਮ ਹੈ। ਸਾਨੂੰ ਪਤਾ ਹੀ ਨਹੀਂ ਕਿ ਇੱਕ ਨੀਤੀ, ਇੱਕ ਰਾਜ ਨੂੰ ਚਲਾਉਣ ਦੀ ਨੀਤੀ ਅਕਾਲ ਤਖਤ ਸਾਹਿਬ ਤੋਂ ਵੀ ਚੱਲਦੀ ਆ। ਉਹ ਵੀ ਇੱਕ ਰਾਜਨੀਤੀ ਹੈ ਜਿਹੜੀ ਅਕਾਲ ਤਖਤ ਸਾਹਿਬ ਤੋਂ ਸਟੈਬਲਿਸ਼ ਹੁੰਦੀ। ਉਹ ਧਰਤੀ ਤੇ ਪ੍ਰਕਾਸ਼ਮਾਨ ਨਹੀਂ ਹੋਈ, ਹਜੇ ਤੱਕ ਅਸੀਂ ਦਿਖਾ ਨਹੀਂ ਸਕੇ, ਤਾਂ ਕਰਕੇ ਸਾਨੂੰ ਪਤਾ ਨਹੀਂ ਰਾਜਨੀਤੀ ਕੀ ਆ। ਸਾਨੂੰ ਲੱਗਦਾ ਸ਼ਾਇਦ ਵੋਟਾਂ ਲੈਣੀਆਂ ਦੇਣੀਆਂ ਤੇ ਇਸ ਗੰਦੀ ਰਾਜਨੀਤੀ 'ਚ ਪੈਣਾ ਸਾਨੂੰ ਗੰਦਾ ਲਫ਼ਜ਼ ਲੱਗਣ ਲੱਗ ਪਿਆ। ਰਾਜਨੀਤੀ ਇੱਕ ਪਵਿੱਤਰ ਲਫ਼ਜ਼ ਆ। ਨੌਜਵਾਨਾਂ ਨੂੰ ਰਾਜਨੀਤੀ ਬੜਾ ਕਹਿ ਸਕਦੇ ਆ ਗੰਦਾ ਸ਼ਬਦ ਲੱਗ ਰਿਹਾ। ਤੁਸੀਂ ਵੀ ਇੱਕ ਗੱਲ ਕਹੀ ਸੀਗੀ ਵੀ ਹਰ ਸਿੰਘ ਜੋ ਹੈ, ਨੌਜਵਾਨ ਜੋ ਹੈ ਲੀਡਰ ਹੈ, ਪਰ ਐ ਨਹੀਂ ਲੱਗਦਾ ਸਾਨੂੰ ਲੀਡਰਾਂ ਨੇ ਮਾਰ ਲਿਆ। ਸਾਡੇ ਜਿਹੜੀਆਂ ਕਹਿ ਸਕਦੇ ਆ ਵੀ ਸਿੱਖ ਕੌਮ 'ਚ ਹਰ ਬੰਦਾ ਲੀਡਰ ਬਣ ਗਿਆ, ਹਰ ਇੱਕ ਨੇ ਜਥੇਬੰਦੀ ਬਣਾ ਲਈ ਅਲੱਗ-ਅਲੱਗ। ਤੁਹਾਨੂੰ ਲੱਗਦਾ ਲੀਡਰਾਂ ਨੇ ਖਾ ਲਿਆ?
ਕਿੰਨੀਆਂ ਜਿਹੜੀਆਂ ਸੀਗੀਆਂ ਆਪਣੇ ਜਿਹੜੀਆਂ ਮਿਸਲਾਂ ਸੀਗੀਆਂ ਉਸ ਟਾਈਮ ਤੇ ਬੇਸ਼ੱਕ ਅਸੀਂ ਗਿਣਤੀ 'ਚ ਬਹੁਤ ਥੋੜੇ ਸੀ, ਔਰ ਥੋੜੇ ਹੋਣ ਦੇ ਬਾਵਜੂਦ ਕਿੰਨੀਆਂ ਮਿਸਲਾਂ ਸੀ। ਉਦੋਂ ਵੀ ਲੋਕਾਂ ਯਾਰ ਕਿੰਨੇ ਵੰਡੇ ਆ, ਪਰ ਵੰਡ ਕੇ ਵੀ ਉਹਨਾਂ ਨੂੰ ਦੁਸ਼ਮਣ ਕਲੀਅਰ ਸੀ ਕਿ ਅਸੀਂ ਮੁਗਲਾਂ ਨਾਲ ਲੜਨਾ ਆ। ਇਹ ਕਦੇ ਨਹੀਂ ਹੋਇਆ ਵੀ ਤੁਸੀਂ ਇਹ ਸੋਚੋ ਸੁਪਨਾ ਲਓ। ਇਹ ਬੜੀ ਗੱਲ ਅਕਸਰ ਹੁੰਦੀ ਯਾਰ ਇਕੱਠੇ ਹੋ ਜਾਈਏ, ਜਥੇਬੰਦੀਆਂ ਬਹੁਤ ਬਣ ਗਈਆਂ, ਕੋਈ ਨੁਕਸਾਨ ਨਹੀਂ ਵੱਧ ਜਥੇਬੰਦੀਆਂ ਦਾ, ਕੋਈ ਨੁਕਸਾਨ ਨਹੀਂ, ਭਾਵੇਂ 1000 ਹੋਰ ਹੋ ਜਾਣ, ਪਰ ਸਾਨੂੰ ਦੁਸ਼ਮਣ ਕਲੀਅਰ ਹੋਣਾ ਚਾਹੀਦਾ। ਮੈਂ ਕੀਰਤਨ ਕਰਕੇ ਗੁਰੂ ਦੀ ਸੇਵਾ ਕਰਦਾ, ਮਨਜ਼ੂਰ ਹੈ, ਮੇਰੀ ਆਪ ਦੀ ਜਥੇਬੰਦੀ ਹੈ। ਇਹ ਤਬਲਾ ਵਜਾ ਕੇ ਕਰਦੇ, ਕੋਈ ਝਾੜੂ ਦੀ ਸੇਵਾ ਕਰਕੇ ਕਰਦਾ, ਕੋਈ ਜੋੜੇ ਝਾੜ ਕੇ ਕਰਦਾ, ਕੋਈ ਲੰਗਰ ਦੀ ਸੇਵਾ ਕਰਦਾ, ਪਾਣੀ ਪਿਲਾਉਂਦਾ। ਕਿਸੇ ਬੰਦੇ ਨੇ ਪੋਲੀਟੀਕਲ ਪਾਰਟੀ ਬਣਾ ਲਈ, ਸਭ ਦੀਆਂ ਅਲੱਗ-ਅਲੱਗ ਰਾਇਵਾਂ, ਸਭ ਦੇ ਅਲੱਗ-ਅਲੱਗ ਮਤਭੇਦ ਹੋ ਸਕਦੇ ਆ, ਕੋਈ ਢਾਡੀ ਹੋ ਸਕਦਾ, ਕੁਝ ਵੀ ਹੋ ਸਕਦਾ, ਪਰ ਸਾਡਾ ਅਕੀਦਾ ਕੌਮੀ ਤੌਰ ਤੇ ਸਾਡੇ ਨਿਸ਼ਾਨੇ ਕਲੀਅਰ ਜਿੱਦਣ ਹੋਣਗੇ ਨਾ, ਇਹ ਹਜ਼ਾਰਾਂ ਜਥੇਬੰਦੀਆਂ ਵੀ ਨੁਕਸਾਨ ਨਹੀਂ ਕਰਨਗੀਆਂ। ਅੱਜ ਇਕੱਠ ਹੋਇਆ ਨਾ, ਤੁਹਾਡਾ ਕੀ ਖਿਆਲ ਹੈ ਇੱਕੋ ਜਥੇਬੰਦੀ ਆਈ ਆ? ਹਜ਼ਾਰਾਂ ਆਈਆਂ ਨਾ, ਤੇ ਤਾਕਤ ਕਿਹਨੂੰ ਦਿੱਤੀ? ਹਜ਼ਾਰਾਂ ਜਥੇਬੰਦੀਆਂ ਨੇ ਪੰਥ ਨੂੰ ਦਿੱਤੀ ਨਾ। ਇਹ ਮਾਇਨੇ ਨਹੀਂ ਰੱਖਦਾ ਕਿੰਨੀਆਂ ਜਥੇਬੰਦੀਆਂ, ਮਾਇਨੇ ਇਹ ਰੱਖਦਾ ਕਿ ਉਹ ਜਥੇਬੰਦੀਆਂ ਨੂੰ ਕਲੈਰਿਟੀ ਕਿੰਨੀ ਆ। ਤੇ ਦੀਪ ਸਿੱਧੂ ਨੇ ਵੀ ਆਪ ਦਾ ਵੱਖਰਾ ਇੱਕ ਫਰੰਟ ਖੋਲਿਆ ਸੀਗਾ ਵਾਰਿਸ ਪੰਜਾਬ ਦੇ, ਤੇ ਉਹਨੂੰ ਗਲਤ ਕਵਾਂਗੇ? ਨਹੀਂ, ਸਹੀ ਕੀਤਾ ਉਹਨੇ। ਜਥੇਬੰਦੀਆਂ ਬਣਾਉਣੀਆਂ ਕੋਈ ਗੁਨਾਹ ਨਹੀਂ ਆ, ਜਥੇਬੰਦੀਆਂ ਵੱਖ ਹੋਣਾ ਕੋਈ ਗੁਨਾਹ ਨਹੀਂ ਆ, ਟੀਚੇ ਵੱਖ-ਵੱਖ ਰੱਖ ਲੈਣੇ ਗੁਨਾਹ ਆ। ਸਾਨੂੰ ਪੰਥ ਦੇ ਹਿੱਤ ਦੀ ਕਲੈਰਿਟੀ ਹੋਣੀ ਚਾਹੀਦੀ ਆ। ਜਥੇਬੰਦੀ ਕੋਈ ਵੀ ਹੋਵੇ, ਕੋਈ ਫਰਕ ਨਹੀਂ ਪੈਂਦਾ। ਕੋਈ ਕਹਿੰਦਾ ਯਾਰ ਸਾਨੂੰ ਪਤਾ ਦਿੱਲੀ ਪਹੁੰਚਣਾ, ਇੱਥੇ ਕੋਈ ਸਾਈਕਲ ਤੇ ਵੀ ਆਇਆ ਆ, ਮੋਟਰਸਾਈਕਲਾਂ ਤੇ ਨੌਜਵਾਨ ਪੈਦਲ ਤੁਰ ਕੇ ਵੀ ਆਏ ਆ, ਬੱਸਾਂ 'ਚ ਵੀ ਆਏ, ਕਾਰਾਂ 'ਚ ਵੀ ਆਏ ਆ। ਸਾਨੂੰ ਕਲੈਰਿਟੀ ਹੋਣੀ ਚਾਹੀਦੀ, ਕੌਮ ਦਾ ਆਪ ਦਾ ਨਿੱਜੀ ਘਰ ਹੋਣਾ ਚਾਹੀਦਾ। ਤਾਂ ਜਿਹਨੂੰ ਜਿਹੜਾ ਰਾਹ ਸਹੀ ਲੱਗਦਾ ਉਹ ਅਖਤਿਆਰ ਕਰ ਲਓ, ਅਪਣਾ ਲਓ। ਦੀਪ ਸਿੱਧੂ ਆਇਆ ਇੱਕ ਆਵਾਜ਼ ਲੈ ਕੇ ਆਇਆ ਨਾ ਕਿ ਪਾਤਸ਼ਾਹੀ ਦਾਅਵੇ ਦੀ ਗੱਲ ਕੀਤੀ ਆ, ਇਹ ਕਰੋ ਸਾਰੇ ਨੌਜਵਾਨ ਪਾਤਸ਼ਾਹੀ ਦਾਅਵੇ ਦੀ ਗੱਲ, ਜਿਹੜੇ ਰੂਪ 'ਚ ਕਰ ਹੁੰਦੀ ਕਰੋ। ਕਿਸੇ ਨੂੰ ਲੱਗਦਾ ਖਾਲਿਸਤਾਨ ਦੀ ਗੱਲ ਕਰਕੇ ਕਰਨੀ ਕਰੋ, ਕਿਸੇ ਨੂੰ ਲੱਗਦਾ ਵੋਟਾਂ ਲੈ ਕੇ ਕਰਨੀ ਕਰੋ, ਕਿਸੇ ਨੂੰ ਲੱਗਦਾ ਖੁਦ ਮੁਖਤਿਆਰੀ ਤੇ ਕਰਨੀ ਹੈ ਕਰੋ। ਤੁਸੀਂ ਆਪ ਦਾ ਇੱਕ ਟੀਚਾ ਤੇ ਡਿਸਾਈਡ ਕਰੋ ਨਾ। ਹਜੇ ਤੱਕ ਤਾਂ ਅਸੀਂ ਇਹ ਨਹੀਂ ਮਹਿਸੂਸ ਹੁਣ ਜਿਹੜਾ ਬੰਦਾ ਸਟੇਟ ਦੀ ਦਿੱਤੀ ਸੱਤਾ ਹੰਢਾ ਰਿਹਾ, ਉਹਨੂੰ ਫੈਸਿਲਿਟੀਆਂ ਮਿਲ ਰਹੀਆਂ, ਉਹਨੂੰ ਤਾਂ ਇਹੀ ਅਹਿਸਾਸ ਨਹੀਂ ਹੋ ਰਿਹਾ ਕਿ ਅਸੀਂ ਗੁਲਾਮ ਆ। ਹੁਣ ਤਾਂ ਇਹੀ ਨਹੀਂ ਅਹਿਸਾਸ ਹੋ ਰਿਹਾ ਅਸੀਂ ਗੁਲਾਮ ਆ। ਦੀਪ ਸਿੱਧੂ ਨੂੰ ਕਾਹਦੀ ਗੁਲਾਮੀ ਸੀ? ਲਗਜ਼ਰੀ ਕਾਰਾਂ ਇੰਜੋਏ ਕਰਦਾ ਪਿਆ ਸੀਗਾ, ਲਗਜ਼ਰੀ ਲਾਈਫ ਇੰਜੋਏ ਕਰਦਾ, ਕਾਹਦੀ ਗੁਲਾਮੀ ਸੀ? ਸਵਾਲ ਕਰ ਸਕਦੇ ਲੋਕ, ਪਰ ਉਹ ਮਹਿਸੂਸ ਕਰਦਾ ਜਦੋਂ ਆ ਕੇ ਕਹਿੰਦਾ ਗੱਲ ਫਸਲਾਂ ਦੀ ਨਹੀਂ ਨਸਲਾਂ ਦੀ ਆ। ਉਹ ਗੱਲ ਨੂੰ ਸਮਝਣ ਦੀ ਲੋੜ ਆ। ਗੱਲਾਂ ਬਹੁਤ ਛੋਟੀਆਂ ਬਟ ਬਹੁਤ ਗੰਭੀਰ ਆ। ਉਹ ਜਦ ਤੱਕ ਨੌਜਵਾਨ ਉਹਦੀ ਗੰਭੀਰਤਾ 'ਚ ਨਹੀਂ ਜਾਊਗਾ, ਤਦ ਤੱਕ ਦੀਪ ਸਿੱਧੂ ਦੀ ਸੋਚ ਤੇ ਪਹਿਰੇ ਦੇਣ ਵਾਲੀ ਗੱਲ ਸਿੱਧ ਨਹੀਂ ਹੋਣੀ। ਪਰ ਟੀਚਾ ਕੀ ਆ? ਤੁਸੀਂ ਕਹਿ ਰਹੇ ਹੋ ਟੀਚਾ ਪਤਾ ਹੋਣਾ ਚਾਹੀਦਾ। ਪਾਤਸ਼ਾਹੀ ਦਾਵਾ ਆਹ ਲਿਖਿਆ ਹੋਇਆ ਨੌਜਵਾਨਾਂ ਨੇ, ਪਾਤਸ਼ਾਹੀ ਦਾਵਾ ਆ ਜੇਬਾਂ 'ਤੇ ਲਿਖਿਆ ਹੋਇਆ। ਅਸੀਂ ਵੱਖਰੇ ਰਾਜ ਦੀ ਮੰਗ ਇਸ ਕਰਕੇ ਨਹੀਂ ਕਰ ਰਹੇ ਸਾਡੇ ਤੇ 84 ਵਾਪਰੀ ਆ, ਨਾ ਹੀ ਇਸ ਕਰਕੇ ਕਰਾਂਗੇ ਕਿ ਅੱਜ ਇੰਡੀਆ ਕਹਿ ਦੇਵੇ ਤੁਹਾਡੀਆਂ ਸਾਰੀਆਂ ਗੱਲਾਂ ਮੰਨ ਲਈਆਂ ਸਿੱਖਾਂ ਦੀਆਂ, ਜਾਓ ਸਿੱਖਾਂ ਨੂੰ ਖੁਦ ਮੁਖਤਿਆਰੀ ਵੀ ਦੇਤੀ ਤੇ ਅਸੀਂ ਖਾਲਿਸਤਾਨ ਦਾ ਪਾਤਸ਼ਾਹੀ ਦਾ ਦਾਵਾ ਛੱਡ ਦਈਏ। ਅਸੀਂ ਪਾਤਸ਼ਾਹੀ ਦਾਵਾ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤਾ ਹੋਇਆ ਐਜ਼ ਅ ਕੌਮ ਹੱਕ ਰੱਖਦੇ ਹਾਂ। ਅਸੀਂ ਹੱਕ ਮੰਗ ਰਹੇ, ਨਾ ਤਾਂ ਖਾਲਿਸਤਾਨ ਸਾਡੀ ਮਜਬੂਰੀ ਆ, ਨਾ ਹੀ ਸਾਡੀ ਉਹ ਕੋਈ ਚੱਸ ਆ, ਸਾਨੂੰ ਕੋਈ ਚਸਕਾ ਆ ਵੀ ਅਸੀਂ ਰਾਜ ਹੰਡਾਉਣੇ ਆ। ਨਹੀਂ, ਐਜ਼ ਅ ਕੌਮ ਸਾਡਾ ਪਾਤਸ਼ਾਹੀ ਦਾਵਾ ਆ, ਹੱਕ ਰੱਖਦੇ ਆ, ਅਸੀਂ ਰਾਜ ਕੀਤਾ ਆ। 50 ਸਾਲ ਦਾ ਰਾਜ ਸਾਡਾ ਵਰਲਡ ਰਿਕਾਰਡ ਆ। 50 ਸਾਲਾਂ 'ਚ ਇੱਕ ਵੀ ਮਸਜਿਦ ਨਹੀਂ ਢੱਠਦੀ, ਇੱਕ ਮੰਦਰ ਨਹੀਂ ਢੱਠਦਾ, ਇੱਕ ਵੀ ਸਰਕਾਰੀ ਕਤਲ ਨਹੀਂ ਹੁੰਦਾ 50 ਸਾਲਾਂ 'ਚ। ਤੇ ਇੰਡੀਆ ਦਾ ਤੁਸੀਂ 50 ਸਾਲ ਦਾ ਇਤਿਹਾਸ ਬੋਲ ਕੇ ਦੇਖ ਲਓ, ਦੁਨੀਆ ਦੇ ਉੱਤੇ ਸਭ ਤੋਂ ਵੱਧ ਕਤਲ ਇੰਡੀਆ ਦੇ ਵਿੱਚ ਹੋਏ ਆ। ਜਿਸ ਰਾਜ ਦੇ ਜੂਲੇ ਦੇ ਥੱਲੇ ਅਸੀਂ ਰਹਿ ਰਹੇ ਹਾਂ, ਸਾਡਾ ਭਵਿੱਖ ਉਦੋਂ ਹੀ ਸੁਰੱਖਿਅਤ ਹੋ ਸਕਦਾ। ਅਸੀਂ ਦੀਪ ਸਿੱਧੂ ਦੀ ਜਿਹੜਾ ਕਤਲ ਆ ਉਹਦਾ ਇਨਸਾਫ ਮੰਗਦੇ ਪਏ, ਕਿਹਦੇ ਕੋਲੋਂ? ਜਿਸ ਸਿਸਟਮ ਦੇ ਕੋਲੋਂ ਮੰਗਦੇ, ਉਸੇ ਸਿਸਟਮ ਨੇ ਦੀਪ ਸਿੱਧੂ ਨੂੰ ਕਤਲ ਕੀਤਾ। ਕਦੇ ਕਾਤਲ ਕਹਿੰਦਾ ਹੁੰਦਾ ਮੈਂ ਤੈਨੂੰ ਇਨਸਾਫ ਦਿੰਦਾ? ਇਹ ਤੋਂ ਵੱਡੀ ਨਲਾਇਕੀ ਕੀ ਹੋ ਸਕਦੀ ਹੈ? ਸਾਨੂੰ ਪਤਾ ਆ ਸਾਡੇ ਭਰਾ ਦਾ ਕਤਲ ਹੋਇਆ, ਇਹ ਫੈਸਲੇ ਦੇਣ ਭਾਵੇਂ ਨਾ ਦੇਣ। 1984 'ਚ 3 ਦਿਨ ਲਗਾਤਾਰ ਕਤਲੇਆਮ ਚੱਲਿਆ, ਸਟੇਟ ਨੇ ਤਾਂ ਅਜੇ ਤੱਕ ਕਿਹਾ ਨਹੀਂ ਕਿ ਉਹ ਕਤਲੇਆਮ ਸੀ, ਤੇ ਅਸੀਂ ਭੁੱਲ ਜਾਈਏ ਕਿ ਨਹੀਂ ਸੀ? ਸਾਨੂੰ ਪਤਾ ਆ ਉਦੋਂ ਵੀ ਸਾਡੀਆਂ ਭੈਣਾਂ ਦੀਆਂ ਬੇਪੱਤੀਆਂ ਸਾਡੀਆਂ ਮਾਵਾਂ ਦੀਆਂ ਹੋਈਆਂ। ਇਹ ਸਟੇਟ ਭਾਵੇਂ ਡਿਕਲੇਅਰ ਕਰੇ ਭਾਵੇਂ ਨਾ ਕਰੇ, ਸਾਨੂੰ ਪਤਾ ਸਾਡੇ ਭਰਾ ਦਾ ਕਤਲ ਹੋਇਆ। ਜਿੱਦਣ ਅਸੀਂ ਹਰ ਸਿੱਖ ਜਿਹੜਾ ਕਹਿੰਦਾ, ਨੌਜਵਾਨ ਕਹਿੰਦਾ ਕਿ ਮੈਂ ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦੇਣਾ, ਉਹ ਮੰਨ ਲਵੇ ਮੇਰੇ ਭਰਾ ਦਾ ਕਤਲ ਹੋਇਆ, ਵੋਟ ਪਾਉਣ ਲੱਗਾ ਜਾ ਕੇ ਸੋਚੇ, ਸਟੇਟ ਨੂੰ ਪਤਾ ਲੱਗ ਜੂ ਕਿੰਨੇ ਦੀਪ ਸਿੱਧੂ ਪੈਦਾ ਹੋ ਗਏ। ਸਾਰੇ ਆਪਣੇ ਹਿਰਦਿਆਂ 'ਚ ਵਸਾ ਲੈਣ ਕਿ ਮੇਰੇ ਭਰਾ ਦਾ ਕਤਲ ਹੋਇਆ, ਉਹਨੂੰ ਸੋਚਣ ਦੀ ਲੋੜ ਨਹੀਂ ਪਊਗੀ ਕਿ ਮੈਨੂੰ ਕਿਸੇ ਦੀ ਅਗਵਾਈ ਚਾਹੀਦੀ ਹੈ। ਮੇਰੇ ਭਰਾ ਦਾ ਕਿਸੇ ਨੇ ਕਤਲ ਕੀਤਾ ਹੋਵੇ, ਮੈਂ ਕਿਸੇ ਨੂੰ ਘਰੋਂ ਪੁੱਛਣ ਜਾਊਂਗਾ ਯਾਰ ਤੂੰ ਮੈਨੂੰ ਅਗਵਾਈ ਦੇ, ਹੁਣ ਮੈਂ ਕਿੱਧਰ ਨੂੰ ਜਾਵਾਂ? ਮੈਂ ਸੋਚੂੰਗਾ ਮੈਂ ਕੀ ਕਰਨਾ ਆਪਦੇ ਭਰਾ ਦੇ ਲਈ। ਮੇਰੇ ਭਰਾ ਦਾ ਕਤਲ ਹੋਇਆ ਨਾ, ਮੈਂ ਸੋਚੂੰਗਾ ਘਰ ਜਾ ਕੇ ਮੈਂ ਕੀ ਕਰਨਾ। ਮੈਨੂੰ ਕਿਸੇ ਦੀ ਅਗਵਾਈ ਦੀ ਜ਼ਰੂਰਤ ਨਹੀਂ, ਮੈਂ ਅਗਵਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਲਊਂਗਾ। ਮੇਰੇ ਕੋਲ ਹੈ ਰਹਿਬਰ। ਲੋਕ ਇੱਥੇ ਕਹਿ ਦਿੰਦੇ ਆ ਨਾ ਲੀਡਰਲੈਸ ਕੌਮ ਆ ਅਸੀਂ, ਨੋ, ਬੇਵਕੂਫੀ ਆ ਇਹ। ਸਿੱਖ ਕੌਮ ਕਦੇ ਲੀਡਰਲੈਸ ਨਹੀਂ ਹੋ ਸਕਦੀ। ਸਾਡਾ ਗੁਰੂ ਜਗਤ ਜੋਤ ਆ, ਕਦੇ ਨਾ ਖਤਮ ਹੋਣ ਵਾਲਾ। ਉਹ ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਪੀ ਸੱਚ। ਅਸੀਂ ਕਦੇ ਲੀਡਰਲੈਸ ਨਹੀਂ ਆ।
ਸਾਡੇ ਰਹਿਬਰ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ। ਮੈਂ ਉਹਦੀ ਛਤਰ ਛਾਇਆ 'ਚ ਬੈਠੂੰਗਾ, ਆਪਦੇ ਭਰਾ ਦਾ ਹੱਕ ਕਿੱਦਾਂ ਲੈਣਾ ਮੈਂ ਉਹ ਸੋਚੂੰਗਾ। ਮੈਂ ਦੀਪ ਸਿੱਧੂ ਆ, ਸਟੇਟ ਨੂੰ ਚੈਲੰਜ ਕਰਕੇ ਕਹਿ ਰਿਹਾ, ਹੁਣ ਦੂਜੇ ਨੂੰ ਖਤਮ ਕਰਨ ਲਈ ਤਿਆਰੀ ਕਰ ਲਵੇ। ਇੱਥੇ ਹੋ ਸਕਦਾ ਮੇਰੇ ਵਰਗੇ ਹਜ਼ਾਰਾਂ ਹੋਣਗੇ ਜਿਹੜੇ ਮੇਰੇ ਵਾਂਗ ਬੋਲ ਨਹੀਂ ਸਕਦੇ, ਪਰ ਇੱਥੇ ਦਿਲ 'ਚ ਰੱਖਦੇ ਆ ਕਿ ਸਾਡਾ ਭਰਾ ਗਿਆ ਆ। ਰਾਜ ਦੀ ਗੱਲ ਕੀਤੀ ਹੈ, ਰਾਜ ਦੀ ਗੱਲ ਕਰਦੇ ਆ ਤਾਂ ਰਾਜ ਇਹ ਨਹੀਂ ਵੀ ਕਿਉਂਕਿ ਬਾਹਰ ਕਿਸੇ ਨਾਲ ਵੀ ਮੈਂ ਗੱਲ ਕਰ ਰਿਹਾ ਸੀ ਵੀ ਪੂਰੇ ਭਾਰਤ ਭਰ 'ਚ ਕਿਉਂ ਨਹੀਂ ਰਾਜ ਇੱਕ ਛੋਟਾ ਅਲੱਗ ਹਿੱਸਾ ਕਿਉਂ ਲੈਣਾ? ਬਹੁਤ ਡੂੰਘੀਆਂ ਤੇ ਗੰਭੀਰ ਗੱਲਾਂ ਹੁੰਦੀਆਂ। ਕਿਸੇ ਵੀ ਮੰਜ਼ਿਲ ਨੂੰ ਸਰ ਕਰਨ ਨੂੰ ਮੈਂ ਛੜੱਪਾ ਮਾਰ ਕੇ ਦਿੱਲੀ ਨਹੀਂ ਪਹੁੰਚ ਸਕਦਾ। ਜੇ ਮੈਂ ਜਲੰਧਰ ਤੋਂ ਤੁਰਿਆ ਮੈਨੂੰ ਪਹਿਲਾਂ ਲੁਧਿਆਣਾ ਟੱਪਣਾ ਪਊਗਾ, ਮੈਨੂੰ ਫਤਿਹਗੜ੍ਹ ਸਾਹਿਬ ਆਉਣਾ ਪਊਗਾ, ਹੋ ਸਕਦਾ ਮੈਨੂੰ ਕੁਰੂਕਸ਼ੇਤਰ ਲੰਘ ਕੇ ਜਾਣਾ ਪਵੇ। ਤੇ ਹਰ ਚੀਜ਼ ਦੇ ਸਟੈਪ ਹੁੰਦੇ ਆ। ਦੀਪ ਸਿੱਧੂ ਨੂੰ ਨਾ ਗੱਲਾਂ ਦੀ ਸਾਰੀ ਕਲੈਰਿਟੀ ਸੀ, ਕਦੋਂ ਕਿੱਥੇ ਖੁਦਮੁਖਤਿਆਰੀ ਦੀ ਗੱਲ ਕਰਨੀ ਤੇ ਕਦੋਂ ਕਿੱਥੇ ਡਾਇਰੈਕਟ ਖਾਲਿਸਤਾਨ ਦੀ ਗੱਲ ਕਰਨੀ ਹੈ। ਹੋ ਸਕਦਾ ਸਟੇਟਾਂ ਸਾਨੂੰ ਥਾਲੀ 'ਚ ਪਰੋਸ ਕੇ ਨਹੀਂ ਦਿੰਦੀਆਂ। ਪਿੰਡਰਾਂ ਵਾਲੇ ਵੀ ਕਹਿੰਦੇ ਹੁੰਦੇ ਸੀ ਸਾਨੂੰ ਪੈਰ ਦਾ ਗੂਠਾ ਰੱਖਣ ਜਿੰਨੀ ਜਗ੍ਹਾ ਦੇ ਦਿਓ, ਫਿਰ ਕਿੱਥੋਂ ਤੱਕ ਅਸੀਂ ਲੈ ਸਕਦੇ ਤੁਹਾਨੂੰ ਦੱਸ ਦਿੰਨੇ ਆ। ਮਹਾਰਾਜਾ ਰਣਜੀਤ ਸਿੰਘ ਨੇ ਡਾਇਰੈਕਟ ਕਿਤੇ ਖਰੇ ਖੈਬਰ ਤੱਕ ਸਿੱਧਾ ਨਹੀਂ ਚਲੇ ਗਿਆ ਸੀਗਾ, ਉਹ ਲਾਹੌਰ ਤੇ ਕੀਤਾ ਤਾਂ ਫਿਰ ਗਾਂਹ ਵਧਿਆ ਨਾ। ਤੁਸੀਂ ਸਾਨੂੰ ਦਿਓ ਤਾਂ ਸਹੀ, ਇੱਕ ਪਿੰਡ ਹੀ ਦੇ ਦਿਓ। ਮੈਂ ਸਟੇਟ ਨੂੰ ਚੈਲੰਜ ਕਰਕੇ ਕਹਿੰਦਾ ਇੱਕ ਪਿੰਡ ਦੇ ਦਿਓ, ਇੱਕ ਪਿੰਡ ਦੇ ਦਿਓ ਸਾਨੂੰ, ਫਿਰ ਅਸੀਂ ਦੱਸਾਂਗੇ ਕਿੱਥੇ ਤੱਕ ਪਹੁੰਚ ਸਕਦੇ ਹਾਂ। ਅਸੀਂ ਕਿਹੜੇ ਗੱਲ ਕਰਦੇ, ਪੂਰੀ ਦੁਨੀਆ ਤੇ ਕਰਾਂਗੇ, ਕਿਹੜੀ ਗੱਲ ਹੈ ਕਰਾਂਗੇ। ਪਰ ਹਰ ਚੀਜ਼ ਦਾ ਇੱਕ ਤਰੀਕਾ ਹੁੰਦਾ ਨਾ। ਕੁਦਰਤ ਵਰਤਦੀ ਆ ਨਾ ਤੇ ਕਿਸੇ ਤਰੀਕੇ ਨਾਲ ਵਰਤਦੀ ਹੈ ਨਾ। ਕੁਦਰਤ ਵੀ ਤਾਂ ਨਿਯਮ ਦੇ ਅੰਦਰ ਆ ਨਾ, ਮਰਿਆਦਾ ਦੇ ਅੰਦਰ ਆ। ਹਰ ਚੀਜ਼ ਦੀ ਇੱਕ ਮਰਿਆਦਾ ਤੇ ਇੱਕ ਸਿਸਟਮ ਹੁੰਦਾ। ਤੇ ਇਹ ਤੇ ਗੱਲਾਂ ਇਹ ਸਟੇਟ ਦੀਆਂ ਗੱਲਾਂ ਆ ਵੀ ਅਸੀਂ ਤਾਂ ਭਾਰਤ ਤੇ ਕਰਨਾ, ਉਹ ਤੇ ਤੁਹਾਨੂੰ ਥੜਕਾਉਣ ਨੂੰ ਕੁਝ ਵੀ ਕਹਿ ਸਕਦੇ ਆ। ਅਸੀਂ ਕਹਿੰਦੇ ਸਾਨੂੰ ਇੱਕ ਪਿੰਡ ਦਾ ਹੀ ਦੇ ਦਿਓ, ਦੇ ਦਿਓ ਚੈਲੰਜ ਹੈ ਇਹਨਾਂ ਨੂੰ, ਕਹੋ ਦੇ ਦਿਓ ਸਾਨੂੰ ਇੱਕ ਪਿੰਡ ਦਾ ਦੇ ਦਿਓ। 6 ਮਹੀਨੇ ਦੇਖ ਲਓ ਹਿੰਦੁਸਤਾਨ ਕਿੱਦਾਂ ਚੱਲਦਾ ਤੇ ਸਾਡਾ ਪਿੰਡ ਕਿੱਦਾਂ ਚੱਲਦਾ, ਮੁੜ ਕੇ ਸਾਰਾ ਹਿੰਦੁਸਤਾਨ ਦੇ ਦਿਓ ਤੇ ਹੱਥੋਂ ਵਧੀਆ ਚਲਾ ਕੇ ਦਿਖਾ ਦਿੰਦੇ ਆ। ਸੋ ਜਿਵੇਂ ਕਿ ਨਾਲ ਗੱਲਬਾਤ ਕੀਤੀ ਆ, ਗੱਲਬਾਤ ਤੁਸੀਂ ਸੁਣ ਹੀ ਲਈ ਹੋਗੀ ਸੀ। ਅਸੀਂ ਹੁਣ ਦੀ ਖਬਰ, ਹੋਰ ਖਬਰਾਂ ਲਈ ਜੁੜੇ ਰਹੋ ਡੇਲੀ ਪੋਸਟ ਦੇ ਨਾਲ। ਕੈਮਰਾ ਪਰਸਨ ਹੈਪੀ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ।